अस्सलामुअलैकुम फ्रेंड, दिस इज़ मी फैसल परदेसी। आप देख रहे हैं फैसल परदेसी यूट्यूब चैनल। दोस्तों, अपने चैनल में खुशामदीद कहते हैं, वेलकम। एक नए व्लॉग के साथ हाजिर खिदमत है। दोस्तों, शहजाद वड़ैच साहब के नाल मौजूद हाँ जी। तो बहुत खूबसूरत जानवर इन्हां दे कोल मौजूद आ। इहदी ब्लड लाइन पुछदे आ किहड़े कुत्तियां दे विचों किन्नी उम्र आ ते शौक शिकार दे हवाले नाल गलबात करते हैं। हमेशा की तरह मैं यही कहना चाहवागा, अगर साडी वीडियो तुहानूं पसंद आती है तो लाइक शेयर कमेंट जरूर कर दिया करो। चैनल नूं लाजमी सबसक्राइब कर लेना वा ताकि तुहानूं न्यू नोटिफिकेशन तुहानूं वक्त दे उत्ते मिलदा रहे। शहजाद साहब की तरफ चलते हैं तो इन्होंने शौक शिकार दे वाले नाल गल्लां बातां करदे जी। अस्सलाम वालेकुम। वालेकुम सलाम जी। जी शहजाद साहब की हाल है? ठीक है, अल्लाह का शुक्र दुआवां जनाब। तुसीं सुनाओ, खैर खैरियत है? करम अल्लाह पाक दा। सब तो पहले अपना इलाका दस दो किहड़ा? तहसील समुंदरी, ज़िला फैसलाबाद, चक नंबर 443 वड़ैचा। शहजाद साहब, कितना अरसा हो गया शौक शिकार दे अंदर बुली कुत्तियां दे वाले? तकरीबन 14 तो 15 साल हो गए ने जी। सब तो पहलों यही शौक किया वा कि कोई होर कुत्तियां दा शौक था, जिस तरह कि शिकारी गुलटेर? नहीं, बोली का ही शौक किया जी। जबरदस्त। अच्छा शहजाद साहब, केड़ा ग्रुप अपना? अपना ग्रुप है जी डॉक्टर राणा खालिद साहब वाला। सही। पाक इताद ग्रुप। सही। मलक जमशेद। सही। अच्छा शहजाद साहब, जो कुत्ता अपने कोल इस टाइम मौजूद है, कोल लियाओ थोड़ा जिहा। ਇਹਦਾ सब तो पहले नाम दस्सिओ। ਇਹਦਾ ਨਾਂ ਰੱਖਿਆ ਜੀ ਮੋਤੀ। ਮੋਤੀ। ਇਹ ਕਿਹੜੇ ਕੁੱਤਿਆਂ ਦੇ ਵਿੱਚੋਂ? ਇਹਦੀ ਮਾਂ ਜਿਹੜੀ ਉਹ ਲੋਰੀ ਦੀ ਧੀ ਸੀ। ਸਹੀ। ਕੁੱਤਾ ਜਿਹੜਾ ਸੀ ਉਹ ਕਾਠੀਆਂ ਦਾ ਸੀ, ਸ਼ਮਸ਼ੇਰ ਕਾਠੀਏ ਦਾ। ਸਹੀ। ਉਹਦੇ ਕੋਲ ਕ੍ਰਾਸ ਕਰਾਈ ਸੀ ਤੇ ਉਹਦਾ ਬੱਚਾ। ਕਿੰਨੀ ਉਮਰ ਹੋ ਗਈ ਇਹਦੀ? ਇਹਦੀ ਉਮਰ ਪੂਰੇ 2 ਸਾਲ ਹੋ ਗਈ ਜੀ। ਅੱਛਾ, ਕਿੰਨਾ ਕੁ ਕੱਦ ਹੋਏਗਾ ਇਹਦਾ? ਇਹਦਾ ਕੱਦ ਮੇਰਾ ਤਾਂ ਖਿਆਲ ਹੈ 31 ਹੋਵੇ ਦਾ। ਹਾਂਜੀ। ਸ਼ਹਜ਼ਾਦ ਸਾਹਿਬ, ਤਪਣੀਆਂ ਦੇ ਵਿੱਚ ਹੈ ਕਿ ਮੈਚ ਮੂਚ ਵਿਨਰ ਆ? ਨਹੀਂ, ਤਪਣੀਆਂ ਵਿੱਚ ਜਾਈਏ। ਅੱਛਾ, ਇਸ ਦਫਾ ਇਹਦਾ ਕੀ ਮੂਡ ਰੱਖਿਆ ਵਾ ਤੁਸੀਂ? ਕੀ ਸ਼ਡਿਊਲ ਆ? ਗਾਂਢੀ ਜੋੜ ਆ ਕਿ ਵੈਸੇ ਤਾਂ? ਨਹੀਂ, ਵੈਸੇ ਹੀ ਇਨਸ਼ਾਅੱਲਾ ਫਰਵਰੀ ਦੇ ਵਿੱਚ ਸਾਡਾ ਮੈਚ ਹੈ। ਅੱਛਾ, ਕਿਹੜੇ ਗਰੁੱਪ ਦੇ ਨਾਲ? ਸਾਡਾ ਜਾਪਾਨੀਆਂ ਨਾਲ ਮੈਚ ਹੈ ਜੀ। ਅੱਛਾ। ਤੇ ਉਹਦੇ ਵਿੱਚ ਇਹਨੂੰ ਲੜਾਉਣ ਦਾ ਪ੍ਰੋਗਰਾਮ ਹੈ। ਜ਼ਬਰਦਸਤ। ਇਸ ਤਰ੍ਹਾਂ ਕਿੰਨੀਆਂ ਤਪਣੀਆਂ ਦੇਤੀਆਂ ਇਹਦੀ? ਇਹਦੀਆਂ 4 ਤਪਣੀਆਂ ਹੋ ਗਈਆਂ ਜੀ। ਅੱਛਾ। ਤੇ ਅੱਗੋਂ 2 ਹੋਰ ਦੇਣੇ ਇਹਨੂੰ। ਅੱਛਾ। ਥੋੜਾ ਜਿਹਾ ਮੌਸਮ ਠੀਕ ਹੁੰਦਾ। ਅੱਛਾ, ਅਗਲਾ ਫਿਰ ਫਰਵਰੀ ਚ। ਸ਼ਹਜ਼ਾਦ ਸਾਹਿਬ, ਪੁਰਾਣੇ ਸ਼ਿਕਾਰੀ ਹੋ। ਲੋਰੀ ਬਲੱਡ ਲਾਈਨ ਤੇ ਚੰਦ ਅਰਸਾ ਪਹਿਲੋਂ ਚੱਲੀ ਆ, ਜਦੋਂ ਲੋਰੀਆਂ ਨੇ ਵੱਡਾ ਲੋਰੀ ਖਰੀਦਿਆ, ਪਰਚੇਜ਼ ਕੀਤਾ। ਹਾਂਜੀ। ਇਹ ਪਿਛਲੇ ਕਿਹੜੇ ਕੁੱਤਿਆਂ ਦੇ ਵਿੱਚੋਂ ਸੀ? ਇਹ ਬਥੂਨੇ ਦਾ ਸੀ। ਬਤੂਨੇ ਦਾ ਜੀ। ਤੇ ਬਤੂਨਾ ਕਿਹਦੇ ਕੋਲੋਂ ਗਿਆ? ਇਹ ਪਿੱਛੋਂ ਜਿਹੜਾ ਚੱਲਦਾ ਵੇ ਉਹ ਤੇ ਇੱਥੋਂ ਕ੍ਰੇਸ਼ੀਆਂ ਦੇ ਕੁੱਤੇ ਨੇ। ਅੱਛਾ। ਇਹ ਉਹਨਾਂ ਵਿੱਚੋਂ ਸਾਰੇ ਅਗਾਂ ਨਿਕਲਦੇ ਨੇ। ਅਬੂ ਸਈਦ ਕੁਰੈਸ਼ੀ ਵਾਲੇ? ਅਬੂ ਸਈਦ ਕੁਰੈਸ਼ੀ ਵਾਲੇ। ਅੱਛਾ, ਉਹਦੇ ਵਿੱਚੋਂ ਬਤੂਨਾ ਨਿਕਲਿਆ? ਹਾਂਜੀ। ਬਤੂਨੇ 'ਚ ਫਿਰ ਲੋਰੀ ਨਿਕਲੇ? ਉਹ ਤੇ ਫਿਰ ਅੱਗੋਂ ਲੈ ਕੇ ਗਏ ਨਾ। ਇਹ ਤੀਸਰੀ ਥਾਂ ਤੇ ਉਹ ਬਣਦਾ ਜਾ ਕੇ। ਅੱਛਾ, ਤੀਸਰੀ ਥਾਂ ਤੇ ਮੰਨਦਾ। ਸਭ ਤੋਂ ਕੁਆਲਿਟੀ ਦੇ ਕੁੱਤੇ ਅਬੂ ਸਈਦ ਕੁਰੈਸ਼ੀ ਦੇ ਕੁੱਤੇ ਗਿਣੇ ਜਾਂਦੇ ਪਾਕਿਸਤਾਨ ਦੇ ਅੰਦਰ, ਕਿ ਹੋਰ ਵੀ ਝੇਡੂ ਵਾਲੇ ਜਿੱਦਾਂ ਕਿ ਸਰ ਇੱਧਰ? ਕੀ ਕਹੋਗੇ ਦੇ ਉੱਤੇ? ਇਹ ਜ਼ਿਆਦਾ ਬਿਹਤਰ ਤੇ ਸਾਦ ਹੀ ਜਾਣਦੇ ਨੇ। ਅੱਛਾ। ਆਪਣਾ ਡਾਕਟਰ ਖਾਲਿਦ ਸਾਹਿਬ ਨੇ। ਸਹੀ। ਉਹ ਇਹਨਾਂ ਦਾ ਪੂਰਾ ਸ਼ਡਿਊਲ ਜਾਣਦੇ ਨੇ। ਸਹੀ। ਤੇ ਅਸੀਂ ਤੇ ਇਹ ਸ਼ਾਗਿਰਦਾਂ ਵਿੱਚ ਹੀ ਆ। ਸਹੀ। ਤੇ ਬਾਕੀ ਉਹਨਾਂ ਦੇ ਬਕੌਲ ਉਹਨਾਂ ਕੋਲ ਸੁਣਿਆ ਕਿ ਕੁੱਤੇ ਜਿਹੜੇ ਨੇ ਨਾ, ਉਹ ਉਹਨਾਂ ਦਾ ਇੱਕ ਆਪਣਾ ਕੁੱਤਾ ਸੀ, ਵੱਡਾ ਸ਼ੀਣਾ ਉਹਦਾ ਨਾਂ ਸੀ। ਅੱਛਾ। ਤੇ ਉਹਦੀ ਬਲੱਡ ਲਾਈਨ ਜਿੱਥੇ ਜਿੱਥੇ ਵੀ ਗਈ ਹੈ ਨਾ, ਹਾਂਜੀ, ਉਹ ਬ੍ਰਾਂਡ ਹੀ ਬਣਿਆ। ਸਹੀ। ਤੇ ਉਹ ਬਹੁਤ ਕਾਮਯਾਬ ਹੋਏ ਨੇ। ਪਹਿਲੇ ਜਦੋਂ ਡਾਕਟਰ ਖਾਲਿਦ ਸਾਹਿਬ ਤੇ ਬਹੁਤ ਪੁਰਾਣੇ ਸ਼ੌਕੀਨ ਨੇ। ਉਦੋਂ ਬਹੁਤ ਪੁਰਾਣੇ। ਹਾਂਜੀ। ਉਦੋਂ ਕਿਹੜੇ? ਉਦੋਂ ਰਾਜਾ ਸਾਹਿਬ ਵਾਲਾ ਗਰੁੱਪ ਹੁੰਦਾ ਸੀ, ਡਾਕਟਰ ਸਾਹਿਬ ਦਾ ਗਰੁੱਪ ਹੁੰਦਾ ਸੀ। ਸਹੀ। ਉਦੋਂ ਯਾਨੀ ਕਿ 2 ਗਰੁੱਪ ਹੁੰਦੇ ਸਨ। ਬਾਕੀ ਆਮ ਸ਼ੌਕ ਸ਼ਿਕਾਰ ਜਿਹੜਾ ਆਮ ਹੀ ਲੜਾਈਆਂ ਹੁੰਦੀਆਂ ਸਨ, ਆਮ ਮੈਚ ਹੁੰਦੇ ਸਨ। ਵੱਡੇ ਮੈਚ ਇਦਾਂ ਦੇ ਹੀ ਹੁੰਦੇ। ਵੱਡੇ ਮੈਚ ਰਾਜਾ ਸਾਹਿਬ ਦਾ ਤੇ ਡਾਕਟਰ ਸਾਹਿਬ ਦਾ ਹੀ ਹੁੰਦਾ ਸੀ। ਸਹੀ ਹੋ ਗਿਆ। ਅੱਛਾ, ਪਹਿਲੇ ਮੇਲੇ ਸ਼ੇਲਿਆਂ ਦੇ ਵਿੱਚ ਕੁੱਤੇ ਸ਼ੁੱਤੇ ਆਮ ਉੱਥੇ ਤੇ ਆਮ ਕੁੱਤੇ, ਆਮ ਹਰ
ਡੇਰੇ ਤੇ ਕੁੱਤਾ ਹੁੰਦਾ ਸੀ, ਉਹਨਾਂ ਨੇ ਸ਼ੌਕ ਸ਼ਿਕਾਰ ਕੀਤੇ ਹੁੰਦਾ ਸੀ, ਆਪਣੇ ਰਾਖੀ ਰੂਖੀ ਵਾਸਤੇ ਵੀ ਰੱਖੇ ਹੁੰਦੇ ਸਨ, ਰਾਖੀਆਂ ਵੀ ਕਰਦੇ ਸਨ ਡੇਰਿਆਂ ਤੇ। ਸਹੀ। ਤੇ ਜਿਹੜੇ ਮੇਲੇ ਲੱਗਦੇ ਸਨ ਉੱਥੇ ਫਿਰ ਲੜਾ ਲੜੂ ਵੀ ਲੈਂਦੇ ਸਨ, ਤਫਰੀਹ ਕਰ ਲੈਂਦੇ ਸਨ। ਸਹੀ। ਹੁਣ ਕਿਉਂਕਿ ਗੌਰਮੈਂਟ ਨੇ ਇਹ ਤੇ ਸਖਤੀ ਕੀਤੀ ਹੈ ਤੇ ਹੁਣ ਉਹ ਜਿਹੜਾ ਕੰਮ ਹੈ ਉਹ ਲੋਕਾਂ ਨੇ ਖਤਮ ਕਰ ਦਿੱਤੇ ਆ। ਕੋਈ ਨਹੀਂ ਹੁੰਦਾ ਇਹ ਸਖਤੀ ਕਿਉਂ ਹੋਈ ਆ ਆਪਣਾ? ਇਹ ਤੇ ਥੋੜਾ ਜਿਹਾ ਸਖਤੀ ਹੋਈ ਸੀ ਕਿ ਜਦੋਂ ਧਮਾਕੇ ਧਮੂਕੇ ਹੁੰਦੇ ਸੀ ਕਿ ਉਦੋਂ ਯਾਰ ਕਰਾਊਡ ਦੇ ਵਿੱਚ ਨਾ ਕਰੋ, ਲੇਕਿਨ ਹੁਣ ਪੱਕੇ ਬੈਨ ਦੀ ਤਰਫ ਜਾ ਰਹੇ, ਇਹਦੇ ਉੱਤੇ ਕੀ ਕਹੋਗੇ? ਇਹ ਪੱਕਾ ਬੈਨ ਤੇ ਹਕੂਮਤ ਦੀ ਤਰਫੋਂ ਤੇ ਕੋਈ ਨਹੀਂ ਲੱਗੇ ਆ। ਅੱਛਾ। ਇਹ ਜਿਹੜੇ ਫੜ ਵੀ ਲੈਂਦੇ ਨੇ ਤੇ ਇਹ ਪਰਚੇ ਕਰਦੇ ਨੇ ਜੂਏ ਦੇ, ਜਦਕਿ ਇਹਦੇ ਤੇ ਜੂਆ ਹੁੰਦਾ ਹੀ ਨਹੀਂ। ਮੈਨੂੰ ਵੀ 15 ਸਾਲ ਹੋ ਚਲੇ ਨੇ ਸ਼ੌਕ ਦੇ ਵਿੱਚ, ਅੱਜ ਤੱਕ ਮੈਂ ਇਹਦਾ ਜੂਆ ਨਹੀਂ ਵੇਖਿਆ ਕਿਧਰੇ ਵੀ ਲੱਗੇ ਆ। ਸਹੀ। ਤੇ ਇਹਦੀ ਦਫਾ ਤੇ ਕੋਈ ਵੀ ਨਹੀਂ ਹੈ ਕਿ ਕੁੱਤੇ ਦੀ ਲੜਾਈ ਹੈ ਤੇ ਇਹਦੀ ਇਹ ਦਫਾ ਇਹਨਾਂ ਬਣਾ ਦਿੱਤੀ ਹੈ। ਸਹੀ। ਤੇ ਇਹ ਦਫਾ ਲਾ ਦਿਓ ਜੀ। ਇਹ ਅਗਰ ਫੜ ਲੈਂਦੇ ਨੇ ਤੇ ਫੜ ਕੇ ਸਿਰਫ ਜੂਏ ਦਾ ਪਰਚਾ ਕਰਦੇ ਨੇ ਜੀ। ਸਹੀ। ਬੜੀ ਵਾਰੀ ਇਹਨਾਂ ਨੂੰ ਰਿਕੁਐਸਟ ਕੀਤੀ ਹੈ ਕਿ ਇਹ ਮੁਫਤ ਦੀ ਤਫਰੀਹ ਹੈ ਜ਼ਮੀਨਦਾਰਾਂ ਦੀ ਜਾਂ ਪਿੰਡ ਦੇ ਲੋਕਾਂ ਦੀ, ਤੇ ਇਹਨੂੰ ਇਜਾਜ਼ਤ ਦਿੱਤੀ ਜਾਏ, ਇਹਦੇ ਤੇ ਨਾ ਪਾਬੰਦੀ ਲਾਈ ਜਾਏ। ਸਹੀ। ਤੇ ਇਹ ਤੇ ਕਿਧਰੇ ਵੀ ਸੁਣਵਾਈ ਨਹੀਂ ਹੋ ਰਹੀ ਜੀ। ਸਹੀ ਹੋ ਗਿਆ। ਅੱਛਾ, ਕੁੱਤੇ ਦਾ ਜਿਹੜਾ ਮੇਨ ਆ ਕੀ ਖੁਰਾਕ ਤੁਸੀਂ ਸੋਚਦੇ ਹੋ ਕਿ ਦੇਸੀ ਖੁਰਾਕ ਕਿਹੜੀ ਹੋਣੀ ਚਾਹੀਦੀ ਹੈ ਜਿਸ ਅਸੀਂ ਪਾਵਰ ਤੇ ਪੈਂਦੀ? ਜੀ ਪਿੰਡਾਂ ਦੇ ਲੋਕ ਆ, ਅਸੀਂ ਤੇ ਇਹਨੂੰ ਦੇਸੀ ਖੁਰਾਕ ਨੂੰ ਜ਼ਿਆਦਾ ਪ੍ਰਮੋਟ ਕਰਨੇ ਆ। ਅੱਛਾ। ਦੇਸੀ ਘਿਓ ਖਵਾ ਲਿਆ। ਅੱਛਾ। ਜਾਂ ਦੁੱਧ 2 ਟਾਈਮ ਪਾ ਲਿਆ। ਹਾਂਜੀ। ਜਿਸ ਟਾਈਮ ਤਿਆਰੀ ਦਾ ਟਾਈਮ ਹੁੰਦਾ ਨਾਲ ਗੋਸ਼ਤ ਸ਼ੁਰੂ ਕਰ ਲਿਆ। ਸਹੀ। ਅਸੀਂ ਤੇ ਇੰਨਾ ਕੀ ਕਰਨੇ ਆ। ਬਾਕੀ ਮਜ਼ੀਦ ਜਿਹੜੇ ਯਕੀਨ ਰੱਖਦੇ ਹੋ ਕਾਹਦੇ ਤੇ ਜੀ? ਮੁਰੱਬਿਆਂ ਤੇ। ਮੁਰੱਬਿਆਂ ਤੇ? ਹਾਂਜੀ। ਮੁਰੱਬੇ ਠੀਕ ਨੇ, ਅੱਛੇ ਨੇ ਮੁਰੱਬੇ ਵੀ ਇਹਨਾਂ ਵਾਸਤੇ। ਅੱਛਾ, ਆ ਤੁਹਾਡਾ ਕੁੱਤਾ ਮਾਸ਼ਾਅੱਲਾ ਇੰਨੀ ਗਰਮੀ ਦੇ ਵਿੱਚ ਵੀ ਬੜਾ ਫਿੱਟ ਰੱਖਿਆ ਵਾ, ਇਹਦੀ ਕੀ ਰੁਟੀਨ ਹੁਣ ਸਿਰਫ ਦੁੱਧ ਤੇ ਆ ਕਿ ਗੋਸ਼ਤ ਵੀ ਚੱਲ ਰਿਹਾ? ਨਹੀਂ, ਅੱਜ ਕੱਲ ਗੋਸ਼ਤ ਇਹਨਾਂ ਨੂੰ ਨਹੀਂ ਪੈਂਦਾ ਜੀ। ਗੋਸ਼ਤ ਅਗਰ ਪਾਈਏ ਤਾਂ ਬਹੁਤ ਤਲਖੀ ਕਰਦੇ ਨੇ, ਰੋਟੀ ਛੱਡ ਜਾਂਦੇ ਨੇ। ਫਿਰ ਅੱਜ ਕੱਲ ਸਿਰਫ ਦੁੱਧ ਰੋਟੀ ਤੇ। ਅੱਛਾ। ਕੁੱਤਾ ਸ਼ੁੱਤਾ ਤੁਹਾਡਾ ਲੰਮਾ ਵੀ ਬਹੁਤ ਆ, ਤੇ ਕੀ ਸੋਚਦੇ ਹੋ ਜ਼ਿਆਦਾ ਲੰਬਾਈ ਵਾਲੇ ਕੁੱਤੇ ਜ਼ਿਆਦਾ ਲੜਦੇ ਆ ਕਿ ਲੰਬਾਈ ਘੱਟ ਵੀ ਹੋਵੇ? ਜਿੰਨੀ ਜ਼ਿਆਦਾ ਲੈਂਥ ਹੋਵੇਗੀ ਉਨੀ ਦੀ ਮਜ਼ਬੂਤੀ ਹੋਵੇਗੀ ਬਾਡੀ ਦੀ। ਸਹੀ। ਜਿਸ ਵੇਲੇ ਖਲੋਂਦੇ ਨੇ ਉਹ ਤਾਂ ਖਰਨਾਲੇ ਜਾਂਦੇ ਨੇ, ਉੱਥੇ ਜਾ ਕੇ ਤੇ ਫਿਰ ਇਹਨਾਂ ਦੀ ਜ਼ਿਆਦਾ ਹਾਈਟ ਵੀ ਬਣ ਜਾਂਦੀ ਹੈ ਜਿਸ ਟਾਈਮ ਖੜੇ ਹੁੰਦੇ ਨੇ। ਸਹੀ। ਤੇ ਪਿਛਲੀ ਇਹਨਾਂ ਦੀ ਤਾਕਤ ਜ਼ਿਆਦਾ ਹੁੰਦੀ ਹੈ। ਕੁੱਤੇ ਦੇ ਵਿੱਚ ਕਿਹੜੀ ਬਿਮਾਰੀ ਤੁਸੀਂ ਵੇਖੀ ਜਾਨਲੇਵਾ ਆਮ ਬਿਮਾਰੀ ਕਿਹੜੀ ਆਉਂਦੀ? ਹੁਣ ਤੇ ਬਿਮਾਰੀਆਂ ਹੋਰ ਜ਼ਿਆਦਾ ਬਹੁਤ ਹੋ ਗਈਆਂ ਨੇ। ਬਾਕੀ ਜਿਹੜੇ ਅੱਗੇ ਅਸੀਂ ਆਂਦੇ ਹੁੰਦੇ ਸਾਂ ਫੇਟਾ ਹੋ ਗਿਆ ਜੀ ਕੁੱਤੇ ਨੂੰ, ਉਹਦੀ ਤੇ ਅੱਜ ਕੱਲ ਵੈਕਸੀਨ ਆ ਗਈ ਹੈ। ਉਹ ਵੈਕਸੀਨ ਕਰਵਾ ਲੈਂਦੀ ਹੈ ਤੇ ਉਹਦੇ ਤੇ ਬਚਤ ਹੋ ਜਾਂਦੀ ਹੈ। ਗਰਮੀ ਇਹਨੂੰ ਸਿਰਫ ਬਾਦੀ ਦੀ ਹੁੰਦੀ ਹੈ। ਬਾਦੀ ਤੋਂ ਅਗਰ ਕੁੱਤਾ ਬਚਿਆ ਰਵੇ ਤੇ ਇਹਨੂੰ ਕੁਝ ਵੀ ਨਹੀਂ ਹੁੰਦਾ। ਜ਼ਬਰਦਸਤ। ਕੁੱਤਾ ਕਿਹੜੇ ਮੇਜਰ ਫੋਲ ਕਰਦਾ ਵਾ ਜਿਹਦੀ ਵਜ੍ਹਾ ਨਾਲ ਸਾਲਸਾ ਨੂੰ ਕੱਢ ਦੇਣਾ ਚਾਹੀਦਾ, ਤੇ ਕਿਹੜੇ ਆਮ ਫੋਲ ਜਿਹੜੇ ਮਾਫ ਕਰ ਦੇਣੇ ਚਾਹੀਦੇ? ਜਿਹੜੇ ਸਾਡੇ ਉਸਤਾਦ ਮੁਹਤਰਮ ਨੇ ਡਾਕਟਰ ਖਾਲਦ ਸਾਹਿਬ, ਉਹ ਤੇ ਆਂਦੇ ਨੇ ਕਿ ਜਿਹੜੇ ਮੇਜਰ ਫੌਲ ਨੇ ਉਹ ਕੁੱਤਾ ਪਹਿਲੇ 2 ਮਿੰਟ ਅਗਰ ਕੋਈ ਗਲਤੀ ਕਰਦਾ ਹੈ ਤੇ ਉਹਨੂੰ ਮਾਫੀ ਦੇਣੀ ਚਾਹੀਦੀ ਹੈ। ਸਹੀ। ਉਸ ਤੋਂ ਬਾਅਦ ਅਗਰ ਉਹ ਫੌਲ ਕਰਦਾ ਹੈ, ਫੌਲ 2-3 ਕਿਸਮ ਦੇ ਹੁੰਦੇ ਨੇ। ਇੱਕ ਤੇ ਸਿੱਧਾ ਫੌਲ ਹੋ ਗਿਆ ਜੀ, ਕੁੱਤਾ ਟੁਰ ਪਿਆ, ਸਾਰਿਆਂ ਨੂੰ ਨਜ਼ਰ ਆ ਗਿਆ, ਉਹਦਾ ਤੇ ਕੋਈ ਰੌਲਾ ਪਾਉਂਦਾ ਹੀ ਨਹੀਂ। ਇੱਕ ਕੁੱਤਾ ਫੌਲ ਕਰ ਗਿਆ, ਬੋਲ ਗਿਆ, ਚੀਕ ਗਿਆ, ਹਾਂਜੀ, ਉਹਦਾ ਵੀ ਕਿਸੇ ਰੌਲਾ ਨਹੀਂ ਪਾਇਆ। ਵਿੱਚ 2 ਫੌਲ ਹੁੰਦੇ ਨੇ, ਜਿਹੜਾ ਕੁੱਤਾ ਚਗਦਾ ਹੈ, ਸਹੀ, ਥੱਲੇ ਪਏ ਆ। ਹਾਂਜੀ। ਉਹ ਕੁਝ ਲੋਕੀ ਆਂਦੇ ਨੇ ਕਿ ਥੱਲੇ ਪਏ ਆ ਕੁੱਤਾ, ਜਿਸ ਟਾਈਮ ਮੂੰਹ ਤਾਂ ਖੜਾ ਕਰਦਾ ਹੈ ਤੇ ਉਹਦੇ ਵੈਸੇ ਹੀ ਦੰਦ ਨਜ਼ਰ ਆ ਜਾਂਦੇ ਨੇ। ਸਹੀ। ਤੇ ਕੁਝ ਆਂਦੇ ਨੇ ਕਿ ਉਹ ਚਿੱਗਣ ਦਾ ਤਰੀਕਾ ਕੋਈ ਹੋਰ ਹੁੰਦਾ ਹੈ, ਕੁੱਤਾ ਨਾਸ ਖਿੱਚਦਾ ਹੈ। ਸਹੀ। ਤੇ ਉਹਦੇ ਵਿੱਚ ਆ ਕੇ ਜਿਹੜੇ ਸਾਲਸ ਖਲੋਤੇ ਹੁੰਦੇ ਨੇ, ਉਹਨਾਂ ਫਿਰ ਫੈਸਲਾ ਕਰਨਾ ਹੁੰਦਾ ਕਿ ਇਹਨੇ ਕਿਸ ਤਰ੍ਹਾਂ ਦਾ ਕੀਤਾ ਹੈ। ਸਹੀ। ਅੱਛਾ, ਮੇਜਰ ਇਸ਼ੂ ਜਿਹੜਾ ਅੱਛੀ ਬਲੱਡ ਲਾਈਨ ਆ, ਆਮ ਸ਼ਿਕਾਰੀ ਨੂੰ ਉਹਦੇ ਤੱਕ ਰਸਾਈ ਹਾਸਲ ਨਹੀਂ ਹੁੰਦੀ ਕੁੱਤੀ ਤੇ ਕ੍ਰਾਸ ਕਰਾਉਣ ਦੀ, ਇਹਦੇ ਉੱਤੇ ਕੀ ਕਹੋਗੇ? ਅਗਰ ਨਸਲ ਵਧਾਉਣੀ ਹੈ ਤੇ ਫਿਰ ਆਮ ਬੰਦੇ ਨੂੰ ਵੀ ਮੌਕਾ ਦਿੱਤਾ ਜਾਏ। ਜਿਸ ਤਰ੍ਹਾਂ ਤੁਹਾਡੇ ਕੋਲ ਅੱਛੀ ਬਲੱਡ ਲਾਈਨ ਹੈ, ਜੇ ਆਮ ਬੰਦਾ ਵੀ ਆਪਣੀ ਕੁੱਤੀ ਲੈ ਕੇ ਆ ਜਾਂਦਾ ਵਾ ਤੇ ਅੱਛੇ ਸ਼ਿਕਾਰੀ ਨੂੰ ਛੱਡਦੇ ਹੀ ਨਹੀਂ ਕੁੱਤੇ ਨੂੰ, ਇਹਦੇ ਬਾਰੇ ਕੀ ਕਹੋਗੇ? ਨਹੀਂ, ਮੇਰਾ ਨਹੀਂ ਖਿਆਲ ਕਿ ਨਹੀਂ ਛੱਡਦੇ। ਬੜੇ ਇਹ ਜਿਹੜੇ ਕੋਈ ਨਵੇਂ ਸ਼ਿਕਾਰੀ ਹੈ ਨੇ, ਉਹ ਹੀ ਇਸ ਗੱਲ ਦੀ ਥੋੜੀ ਜਿਹੀ ਪਰਹੇਜ਼ ਕਰਦੇ ਨੇ।
ਤੇ ਜਿਹੜੇ ਪੁਰਾਣੇ ਸ਼ਿਕਾਰੀ ਨੇ ਉਹ ਤੇ ਇਸ ਚੀਜ਼ ਦੀ ਪਰਹੇਜ਼ ਨਹੀਂ ਕਰਦੇ। ਸਹੀ। ਉਹ ਤੇ ਆਂਦੇ ਨੇ ਕਿ ਕੁੱਤੀ ਚੰਗੀ ਹੋਣੀ ਚਾਹੀਦੀ ਏ, ਆਮ ਕੁੱਤੀ ਨਹੀਂ। ਕੋਈ ਆਮ ਹੀ ਕੁੱਤੀ ਕੋਈ ਫੜ ਕੇ ਲੈ ਜੇ ਤੇ ਆਖੇ ਜੀ ਮੈਨੂੰ ਉਹਦੇ ਤੇ ਕ੍ਰਾਸ ਕਰਾ ਦਿਓ। ਉਹ ਆਮ ਜੀ ਜਿਹੜੀ ਕੁੱਤੀ ਹੋਣੀ ਉਹਦੇ ਤੋਂ ਅਗਰ ਉਹਨੂੰ ਕ੍ਰਾਸ ਕਰਾ ਵੀ ਲਓ ਉਹਦੇ ਤੋਂ ਉਹਦਾ ਕੋਈ ਅੱਛਾ ਰਿਜ਼ਲਟ ਨਹੀਂ ਆਵੇਗਾ। ਸਹੀ। ਅਗਰ ਕੁੱਤੀ ਵੀ ਅੱਛੀ ਹੋਵੇਗੀ ਤੇ ਫਿਰ ਉਹਦੇ ਉੱਤੇ ਕੁੱਤਾ ਅੱਛਾ ਹੀ ਬਲੱਡ ਵਾਲਾ ਹੋਵੇਗਾ ਤੇ ਫਿਰ ਉਹਦਾ ਰਿਜ਼ਲਟ ਅੱਛਾ ਹੋਵੇਗਾ। ਸਹੀ। ਕੀ ਚੇਂਜਿੰਗ ਦੇਖੀ ਹੈ ਤੁਸੀਂ ਹੁਣ ਦੇ ਸ਼ਿਕਾਰ ਦੇ ਵਿੱਚ ਤੇ ਪੁਰਾਣੇ ਜਦੋਂ ਆਮ ਸ਼ਿਕਾਰ ਹੁੰਦਾ ਸੀ ਪਾਬੰਦੀਆਂ ਤੋਂ ਬਾਅਦ? ਹੁਣ ਤੇ ਬੜੀਆਂ ਮੁਸ਼ਕਲਾਂ ਆਉਂਦੀਆਂ। ਹੁਣ ਤੇ ਜੀ ਬਹੁਤ ਜ਼ਿਆਦਾ ਮੁਸ਼ਕਲਾਂ ਹੋ ਗਈਆਂ ਨੇ, ਬਹੁਤ ਜ਼ਿਆਦਾ ਮੁਸ਼ਕਲਾਂ ਹੋ ਗਈਆਂ ਨੇ। ਹੁਣ ਸ਼ਿਕਾਰ ਜਿਹੜਾ ਨਾ ਥੋੜਾ ਜਿਹਾ ਸਾਡੀ ਗਵਰਨਮੈਂਟ ਨੇ ਸਖਤ ਕਰ ਦਿੱਤੇ ਆ। ਵੈਸੇ ਤੇ ਐਡਾ ਮਾਮਲਾ ਕੋਈ ਨਹੀਂ ਸੀ ਹੈ। ਸ਼ੌਕ ਤੇ ਅੱਗੇ ਨਾਲੋਂ ਜ਼ਿਆਦਾ ਹੋਇਆ ਹੈ। ਸਹੀ। ਇਸ ਸ਼ੌਕ ਨੂੰ ਜਿਹੜੇ ਸੀਨੀਅਰ ਨੇ ਸਾਡੇ ਉਹਨਾਂ ਨੇ ਬਹੁਤ ਪ੍ਰਮੋਟ ਕੀਤਾ। ਸਹੀ। ਤੇ ਨਵੇਂ ਵੀ ਨਾਲ ਉਹਨਾਂ ਦੇ ਬੜੇ ਜੁਆਇਨ ਹੋਏ ਨੇ। ਹਾਂਜੀ। ਲੇਕਿਨ ਥੋੜਾ ਜਿਹਾ ਹਕੂਮਤ ਵੱਲੋਂ ਇਹਦੀ ਪਾਬੰਦੀ ਹੋਣ ਦੀ ਵਜ੍ਹਾ ਤੋਂ ਲੋਕ ਜਿਹੜੇ ਨੇ ਪਿਛਾਂਹ ਹਟਣ ਲੱਗ ਪਏ ਨੇ। ਸਹੀ। ਕੀ ਆਪਣਾ ਪੈਗਾਮ ਦੇਣਾ ਚਾਹੋਗੇ ਨਵੇਂ ਸ਼ਿਕਾਰੀਆਂ ਨੂੰ ਤੇ ਪੁਰਾਣੇ ਸ਼ਿਕਾਰੀਆਂ ਨੂੰ ਸ਼ੌਕ ਸ਼ਿਕਾਰ ਦੇ ਵਿੱਚ ਕਿਹੜੀਆਂ ਗਲਤੀਆਂ ਕੁਤਾਈਆਂ ਹੁੰਦੀਆਂ ਵਾ ਜਿੱਥੋਂ ਪਰਹੇਜ਼ ਕਰਨਾ ਚਾਹੀਦਾ? ਗਲਤੀਆਂ ਕੁੱਤੀਆਂ ਜੀ ਵੇਖੋ, ਅਗਰ ਕੁੱਤਾ ਤੁਸੀਂ ਪੇੜ ਦੇ ਵਿੱਚ ਲੈ ਕੇ ਜਾਂਦੇ ਹੋ ਤੇ ਅਗਰ ਤੁਹਾਡੇ ਕੁੱਤੇ ਨੇ ਗਲਤੀ ਕਰ ਦਿੱਤੀ ਏ ਤੇ ਉਹਨੂੰ ਤਸਲੀਮ ਕਰ ਲੈਣਾ ਚਾਹੀਦਾ। ਅੱਜ ਕੱਲ੍ਹ ਦੇ ਜਿਹੜੇ ਨਵੇਂ ਸ਼ਿਕਾਰੀ ਨੇ ਉਹਨਾਂ ਦਾ ਅਗਰ ਕੁੱਤਾ ਕੱਟ ਕਿੱਦਾਂ ਉਹ ਫਿਰ ਮਗਰ ਭੱਜ ਪੈਂਦੇ ਨੇ, ਸਾਲਸਾਂ ਦੇ ਸਿਫਾਰਿਸ਼ਾਂ ਕਰਵਾਉਂਦੇ ਨੇ, ਸਾਡਾ ਕੁੱਤਾ ਜੀ ਬਹਾਲ ਕਰੋ, ਸਾਡੇ ਕੁੱਤੇ ਨਾਲ ਇੰਜ ਹੋ ਗਿਆ ਸੀ ਤੇ ਇੰਜ ਹੋ ਗਿਆ ਸੀ, ਉਹ ਮਿਸਟੇਕ ਹੋ ਗਈ, ਸਿਫਾਰਿਸ਼ਾਂ ਕਰਵਾਉਣੀਆਂ ਸ਼ੁਰੂ ਕਰ ਦਿੱਤੀਆਂ। ਇਹ ਕੋਈ ਸ਼ੌਕ ਨਹੀਂ ਹੈ। ਹਾਰ ਨੂੰ ਤਸਲੀਮ ਕਰਨਾ ਚਾਹੀਦਾ। ਨੈਕਸਟ ਫਿਰ ਤਿਆਰ ਕਰੋ, ਨੈਕਸਟ ਤਿਆਰ ਕਰਕੇ ਫਿਰ ਪੇੜ ਚਾਵੋ, ਫਿਰ ਆਪਣਾ ਰਿਜ਼ਲਟ ਉਹਦਾ ਪਹਿਲਾਂ ਲਓ। ਮੈਦਾਨ 'ਚ ਖੜਨ ਤੋਂ ਪਹਿਲਾਂ ਉਹਨੂੰ ਤਪਾਓ, ਤਪਾ ਕੇ ਉਹਦਾ ਰਿਜ਼ਲਟ ਲਓ। ਅਗਰ ਤੁਹਾਨੂੰ ਅੱਛਾ ਰਿਜ਼ਲਟ ਦਿੰਦਾ ਤੇ ਫਿਰ ਉਹਨੂੰ ਪੇੜ 'ਚ ਲੈ ਕੇ ਜਾਓ। ਅਗਰ ਤੁਹਾਨੂੰ ਘਰ ਹੀ ਉਹ ਅੱਛਾ ਰਿਜ਼ਲਟ ਨਹੀਂ ਦਿੰਦਾ ਤੇ ਉਹਨੂੰ ਤੁਸੀਂ ਨਾ ਪੇੜ 'ਚ ਲੈ ਕੇ ਜਾਓ। ਜ਼ਬਰਦਸਤ। ਮੇਰਾ ਆਪਣਾ ਕੁੱਤਾ ਪਿਛਲੇ ਸਾਲ ਕਾਲੇ ਰੰਗ ਦਾ ਕੁੱਤਾ ਸੀ। ਉਹ ਸੀ ਆਪਣਾ ਸਾਡੇ ਕੋਲ ਹੀ ਕੁੱਤਾ ਸੀ। ਉਹਦਾ ਨਾਂ ਰੱਖਿਆ ਸੀ ਬਿੜਿੰਗੂ। ਸਹੀ। ਉਹ ਪਿੱਛੋਂ ਸੀ ਰਿੰਗ ਮਾਸਟਰ ਦਾ, ਮੇਜਰ ਹਾਦਮ ਵਾਲੇ ਦਾ ਬੱਚਾ ਸੀ। ਸਹੀ। ਰਿੰਗ ਬਿੜਿੰਗੂ ਉਹਦਾ ਅੱਗੋਂ ਬੱਚਾ ਸੀ ਉਹ ਮੋਤੀ। ਸਹੀ। ਤੇ ਉਹਨੂੰ ਅਸਾਂ 3 ਸਾਲ ਤਿਆਰ ਕੀਤਾ। ਤਪਨੀਆਂ ਦੇ ਵਿੱਚ ਉਹ ਠੀਕ ਤਪਦਾ ਰਿਹਾ। ਸਹੀ। ਅਸੀਂ ਉਹਨੂੰ ਲੈ ਕੇ ਗਏ ਆਪਣਾ ਅਟਕ, ਉੱਥੇ ਜਾ ਕੇ ਰਾਜਿਆਂ ਦੇ ਮੈਚ ਵਿੱਚ ਲੜਾਇਆ। ਗਲਬਨ ਚੌਥੇ ਜੋਰ 'ਚ ਲੜਿਆ ਸੀ। ਅੱਛਾ। ਤੇ ਉਹ ਫੌਲ ਕਰ ਗਿਆ, ਘੌਰ ਮਾਰ ਗਿਆ। ਸਹੀ। ਤੇ ਉਹਨੂੰ ਅਸਾਂ ਤਸਲੀਮ ਕੀਤਾ। ਉਸ ਤੋਂ ਬਾਅਦ ਫਿਰ ਇਸ ਸਾਲ ਹੁਣ ਇਹ ਤਿਆਰ ਕੀਤਾ, ਇਹਨੂੰ ਤਿਆਰ ਕੀਤਾ। ਇਹਨੂੰ ਮਜ਼ੀਦ ਤਪਣੀਆਂ ਦਿਆਂ ਦੇ ਜੇ ਸਮਝ ਆਇਆ ਕਿ ਠੀਕ ਹੈ ਤੇ ਫਿਰ ਇਹਨੂੰ ਇਨਸ਼ਾਅੱਲਾ ਫਰਵਰੀ ਦੇ ਵਿੱਚ ਮੈਚ 'ਚ ਪਾਵਾਂਗੇ। ਯਾਨੀ ਕਿ ਚੰਗਿਆਂ ਚੋਂ ਮੰਦਿਆਂ ਤੋਂ ਚੰਗੇ ਅੱਛੇ ਕੁੱਤੇ ਵੀ ਫੋਲ ਕਰ ਜਾਂਦੇ। ਤਸਲੀਮ ਕਰਨਾ ਚਾਹੀਦਾ, ਗੇਮ ਦਾ ਹਿੱਸਾ। ਗੇਮ ਦਾ ਇੱਕ ਹਿੱਸਾ ਹੈ। ਹਾਰ ਜਿੱਤ ਜਿਹੜੀ ਉਹ ਇੱਕ ਗੇਮ ਦਾ ਹਿੱਸਾ ਹੈ। ਇਹ ਹਾਰ ਨੂੰ ਵੀ ਤਸਲੀਮ ਕਰੋ ਤੇ ਜਿਹੜੀ ਜਿੱਤ ਹੈ ਉਹ ਤੇ ਫਿਰ ਜਿੱਤ ਹੁੰਦੀ ਹੈ। ਸਹੀ। ਉਦੋਂ ਤਾਂ ਅਸੀਂ ਬੜੇ ਰਾਜ਼ੀ ਹੋ ਕੇ ਭੰਗੜੇ ਪਾ ਲੈਂਦੇ ਆ। ਬਿਲਕੁਲ। ਤੇ ਜਿਸ ਵੇਲੇ ਹਾਰ ਜਾਂਦੇ ਆ ਉਹਨੂੰ ਫਿਰ ਅਸੀਂ ਤਸਲੀਮ ਕਰਨੇ ਵਾਸਤੇ ਐਗਰੀ ਨਹੀਂ ਹੁੰਦੇ। ਉਹਨੂੰ ਵੀ ਤਸਲੀਮ ਕਰਨਾ ਚਾਹੀਦਾ। ਜ਼ਬਰਦਸਤ। ਇਹ ਇੱਕ ਸ਼ੌਕ ਦਾ ਹਿੱਸਾ ਹੈ। ਜ਼ਬਰਦਸਤ ਜੀ ਦੋਸਤੋ, ਉਮੀਦ ਕਰਦਾ ਸਾਡੀ ਵੀਡੀਓ ਤੁਹਾਨੂੰ ਪਸੰਦ ਆਏਗੀ। ਅਗਰ ਪਸੰਦ ਆਏ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ। ਦੁਆਵਾਂ ਯਾਦ ਰੱਖਿਓ। ਮਿਲਦੇ ਹਾਂ ਨੈਕਸਟ ਵੀਡੀਓ 'ਚ ਅੱਛੇ ਓਨਰ ਦੇ ਨਾਲ, ਅੱਛੇ ਬੁਲੀ ਸੈਟਅਪ ਤੇ। ਅੱਲਾ ਨਿਗਹਿਬਾਨ।